हम ये रिट जो है हमारी यही है कि बाबा राम रहीम जी जो इस टाइम यूपी बागपत में हैं वो बिल्कुल नकली हैं और असली को जो है एक तरह से किडनैप करके कहीं पर रखा गया है और असली को हमारे सामने लाया जाए। ये चेंज कर दिया गया है। ਅਸੀਂ ਇਹ ਚੀਜ਼ ਨੂੰ ਪ੍ਰੂਵ ਕਰ ਰਹੇ ਹਾਂ। ਅਸੀਂ ਅਗਰ ਕਹਿ ਰਹੇ ਹਾਂ ਕਿ ਸਾਡੇ ਕੋਲ ਡਾਕੂਮੈਂਟਸ ਹੈ, ਤੁਸੀਂ ਸਾਡੀ ਰਿਟ ਸੁਣੋ, ਤੁਸੀਂ ਉਹਨਾਂ ਨੂੰ ਬੁਲਾ ਕੇ DNA ਟੈਸਟ ਕਰਵਾਓ ਤਾਂ ਸਹੀ, ਤਾਂ ਹੀ ਪਤਾ ਲੱਗੇਗਾ ਕਿ ਫਿਲਮਾਂ ਦੇਖ ਕੇ ਹੋਇਆ ਕਿ ਸਾਡਾ ਕੁਝ ਆਪਣਾ ਇੰਟਰਨਲ ਸਾਨੂੰ ਰਿਸੋਰਸਿਸ ਤੋਂ ਪਤਾ ਲੱਗਿਆ। ਅਗਰ ਤੁਸੀਂ ਇਹ ਉਹਨਾਂ ਨੂੰ ਯੂਪੀ ਵਾਲੇ ਜੋ ਡੇਰਾ ਗੁਰਮੀਤ ਰਾਮ ਰਹੀਮ ਜੀ ਦਿਖਾਏ ਗਏ ਹੈ ਉਹਨਾਂ ਨੂੰ ਇੱਥੇ ਬੁਲਾ ਕੇ DNA ਟੈਸਟ ਕਰਵਾਓ, ਇੱਕ DNA ਟੈਸਟ ਰਿਪੋਰਟ ਮੈਂ ਦਿੰਦਾ ਓਰੀਜਨਲ ਗੁਰੂ ਜੀ ਦੀ, ਤਾਂ ਪਤਾ ਲੱਗ ਜਾਏਗਾ ਕਿ ਇਹ ਅਸਲੀ ਹੈ ਕਿ ਨਕਲੀ ਹੈ। ਰਾਮ ਰਹੀਮ ਨੂੰ ਪੈਰੋਲ ਮਿਲੀ ਤੇ ਪ੍ਰੇਮੀਆਂ ਨੇ ਰੌਲਾ ਪਾਤਾ ਕਿ ਸਾਡੇ ਬਾਬਾ ਜੀ ਨੂੰ ਬਦਲ ਦਿੱਤਾ ਹੈ। ਪ੍ਰੇਮੀ ਆਖ ਰਹੇ ਨੇ ਕਿ ਸਾਡਾ ਬਾਬਾ ਬਦਲ ਕੇ ਅਸਲੀ ਨੂੰ ਅਗਵਾ ਕਰਕੇ ਨਕਲੀ ਬਾਬਾ ਬਾਹਰ ਕੱਢਿਆ ਗਿਆ। ਪ੍ਰੇਮੀ ਇਹ ਵੀ ਦਾਅਵਾ ਕਰ ਰਹੇ ਨੇ ਕਿ ਸਾਡੇ ਕੋਲ ਅਸਲੀ ਬਾਬੇ ਦੀ DNA ਰਿਪੋਰਟ ਵੀ ਹੈ ਤੇ ਜੇਕਰ ਜਾਂਚ ਹੋਵੇ ਤਾਂ ਸਾਰੀ ਕਹਾਣੀ ਸਾਹਮਣੇ ਆ ਜਾਵੇਗੀ। ਅਸ਼ੋਕ ਕੁਮਾਰ ਨਾਮ ਦੇ ਡੇਰਾ ਪ੍ਰੇਮੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਅਸਲੀ ਨਕਲੀ ਬਾਬੇ ਦਾ ਰੌਲਾ ਪਾਇਆ। खुद अशोक कुमार तो सुनो बाबा नकली किमें है। मेरा नाम अशोक कुमार है, मैं चंडीगढ़ के मलोया गांव का रहने वाला हूं और मैं डेरा सच्चा सौदा के साथ 1996 से जुड़ा हुआ हूं और इससे पहले ही मेरा परिवार जो है वो डेरा सच्चा सौदा में जाता रहा है। डेरा सच्चा सौदा में हमारा जो पूज्य गुरु जी के साथ रिश्ता है वो एक शिष्य का हमारा जो पूज्य गुरु जी के साथ रिश्ता है वो एक शिष्य का और गुरु का नाता है। शिष्य अपने शिक्षक अपने गुरु से जो चीज़ें ग्रहण करता है उस चीज़ को आधार पर हमने एक रिट लगाई है जिसके अंदर हमें ये देखने को मिला कि पैरोल पे आए हुए व्यक्ति का जो व्यक्तित्व है, उनका जो नेचर है वो सारे का सारा बदल गया। वो इतना बदलना कैसे मतलब संभव है? वो अपने दोस्तों को, पुराने फ्रेंड सर्कल को पहचानने से इनकार कर रहे हैं। वो खुद बोल रहे हैं कि जेल में जाने से पहले मेरा ब्लड ग्रुप ये था और जेल से आने के बाद मेरा ब्लड ग्रुप चेंज हुआ, मेरी हाइट जो है वो 1 इंच इंक्रीज़ हुई है, मेरी फिंगर्स जो हैं वो बदली हैं, उनके हाथ की जो रेखाएँ, अगर आप उनके जो लाइव वीडियोज़ आते हैं MSG इंसा के नाम से यूट्यूब पेज है उनका, उसके ऊपर जो वीडियोज़ आते हैं उसके अंदर आप देखेंगे कि डेली की जो वीडियोज़ हैं उसके अंदर काफ़ी चेंज आ रहा है, क्योंकि वो अपनी तरफ से डेली बाई डेली उन चीज़ों को रेक्टिफाई करने की कोशिश कर रहे हैं जिन चीज़ों को हम पॉइंट आउट करते हैं अपने फेसबुक पेज पे। हमारा एक फेसबुक पेज है फेथ वर्सेस वर्डिक्ट, इस चीज़ का कैंपेन जो है हम चला रहे हैं अपनी तरफ से। तो हम ये रिट जो है हमारी यही है कि बाबा राम रहीम जी जो इस टाइम यूपी बागपत में हैं वो बिल्कुल नकली हैं और असली को जो है एक तरह से किडनैप करके कहीं पर रखा गया है और असली को हमारे सामने लाया जाए। ये चेंज कर दिया गया है। ਚੇਂਜ ਕਰਤਾ ਹੈ ਤੁਹਾਡਾ ਅੱਜ ਜੱਜ ਸਾਹਿਬ ਨੇ ਕਿਹਾ ਹੈ ਵੀ ਤੁਸੀਂ ਲੱਗਦਾ ਫਿਲਮਾਂ ਵਾਹ ਵੇਖੀਆਂ ਹੈ, ਫਿਲਮਾਂ ਦਾ ਅਸਰ ਹੋਇਆ ਹੈ, ਜੀ ਸਿਰੇ ਤੋਂ ਡਿਸਮਿਸ ਕੀਤੀ ਹੈ, ਤਾਂ ਤੁਹਾਨੂੰ ਲੱਗਦਾ ਨਹੀਂ ਵੀ ਬਾਕੀ ਨਹੀਂ ਇਹ ਜੋ ਗੱਲ ਹੈਗੀ ਹੈ, ਜੱਜ ਸਾਹਿਬ ਨੇ ਸਾਡੀ ਐਪਲੀਕੇਸ਼ਨ ਬਿਲਕੁਲ ਹੀ ਸੁਣੀ ਨਹੀਂ। ਇੱਕ ਤਰ੍ਹਾਂ ਤੋਂ ਇਹ ਕਹਿ ਸਕਦੇ ਹੋ ਤੁਸੀਂ, ਸਾਡੀ ਐਪਲੀਕੇਸ਼ਨ ਦੇਖਦੇ ਹੀ ਉਹਨਾਂ ਨੇ ਦੂਜੇ ਪਾਸੇ ਨੂੰ ਆਪਣਾ ਰੁਖ ਧਾਰ ਲਿਆ ਕਿ ਤੁਸੀਂ ਤਾਂ ਜੀ ਫਿਲਮਾਂ ਦੇਖਦੇ ਹੋ, ਤੁਸੀਂ ਇਹ ਹੈ ਉਹ ਹੈ। ਬਟ ਕਿਆ ਇਸ ਸਾਇੰਸ ਦੇ ਅੰਦਰ ਜੋ ਆਪਣਾ ਇਸ ਟਾਈਮ ਇੰਡੀਆ ਵਿੱਚ ਕਹਿ ਲਓ ਜਾਂ ਪੂਰੇ ਇੰਟਰਨੈਸ਼ਨਲ ਲੈਵਲ ਤੇ ਸਾਇੰਸ ਦੇ ਨਾਲ ਕੀ ਚੀਜ਼ ਪੋਸੀਬਲ ਨਹੀਂ ਹੈ? ਸਭ ਕੁਝ ਪੋਸੀਬਲ ਹੈ, ਐਵਰੀਥਿੰਗ ਇਜ਼ ਪੋਸੀਬਲ। ਤੇ ਇਹ ਕਲੋਨ ਬਣਾਉਣਾ ਕਿਉਂ ਨਹੀਂ? ਕਲੋਨ ਵੀ ਬਣ ਸਕਦੇ ਆ, ਬਣਾ ਰਹੇ ਆ ਤੇ ਉਹ ਤੁਹਾਡੇ ਸਾਹਮਣੇ ਹੈ। ਅਸੀਂ ਇਹ ਚੀਜ਼ ਨੂੰ ਪ੍ਰੂਵ ਕਰ ਰਹੇ ਹਾਂ। ਅਸੀਂ ਅਗਰ ਕਹਿ ਰਹੇ ਹਾਂ ਕਿ ਸਾਡੇ ਕੋਲ ਡਾਕੂਮੈਂਟਸ ਹੈ, ਤੁਸੀਂ ਸਾਡੀ ਰਿਟ ਸੁਣੋ, ਤੁਸੀਂ ਉਹਨਾਂ ਨੂੰ ਬੁਲਾ ਕੇ DNA ਟੈਸਟ ਕਰਵਾਓ ਤਾਂ ਸਹੀ, ਤਾਂ ਹੀ ਪਤਾ ਲੱਗੇਗਾ ਕਿ ਫਿਲਮਾਂ ਦੇਖ ਕੇ ਹੋਇਆ ਕਿ ਸਾਡਾ ਕੁਝ ਆਪਣਾ ਇੰਟਰਨਲ ਸਾਨੂੰ ਰਿਸੋਰਸਿਸ ਤੋਂ ਪਤਾ ਲੱਗਿਆ। ਅਗਰ ਤੁਸੀਂ ਇਹ ਉਹਨਾਂ ਨੂੰ ਯੂਪੀ ਵਾਲੇ ਜੋ ਡੇਰਾ ਗੁਰਮੀਤ ਰਾਮ ਰਹੀਮ ਜੀ ਦਿਖਾਏ ਗਏ ਹੈ ਉਹਨਾਂ ਨੂੰ ਇੱਥੇ ਬੁਲਾ ਕੇ DNA ਟੈਸਟ ਕਰਵਾਓ, ਇੱਕ DNA ਟੈਸਟ ਰਿਪੋਰਟ ਮੈਂ ਦਿੰਦਾ ਓਰੀਜਨਲ ਗੁਰੂ ਜੀ ਦੀ, ਤਾਂ ਪਤਾ ਲੱਗ ਜਾਏਗਾ ਕਿ ਇਹ ਅਸਲੀ ਹੈ ਕਿ ਨਕਲੀ ਹੈ। ਤੁਹਾਨੂੰ ਇਹਦੇ ਪਿੱਛੇ ਤੁਹਾਨੂੰ ਕਿਉਂ ਲੱਗਿਆ ਵੀ ਨਕਲੀ ਹੋ ਸਕਦੇ? ਨਕਲੀ ਕਿਉਂ ਹੋਣਗੇ? ਕਿਡਨੈਪ ਕੋਈ ਕਿਉਂ ਕਰੂਗਾ? ਦੇਖੋ, ਡੇਰਾ ਸੱਚਾ ਸੌਦਾ ਛੋਟਾ ਐਮਪਾਇਰ ਨਹੀਂ ਹੈ। 2017 ਤੋਂ ਬਾਅਦ ਡੇਰਾ ਦੀ ਮੈਨੇਜਮੈਂਟ ਦੇ ਵੱਲੋਂ ਕੀ ਹੋਇਆ, ਸਾਧ ਸੰਗਤ ਦੇ ਘਰ ਡੋਰ ਟੂ ਡੋਰ ਕੈਂਪੇਨ ਚਲਾਇਆ ਗਿਆ ਜਿਹਦੇ ਵਿੱਚ ਉਹਨਾਂ ਨੇ ਸੰਗਤ ਤੋਂ ਕਰੋੜਾਂ ਰੁਪਏ ਲਿੱਤੇ, ਜਿਹਦੇ ਵਿੱਚ ਕਿਹਾ ਗਿਆ ਕਿ ਗੁਰੂ ਜੀ ਦੇ ਕੇਸਾਂ ਦੇ ਲਈ ਪੈਸਾ ਚਾਹੀਦਾ ਹੈ, ਪਰਿਵਾਰ ਦੇ ਗਹਿਣੇ ਵਿਕ ਗਏ ਆ, ਪਰਿਵਾਰ ਦੇ ਕੋਲ ਪੈਸਾ ਮੁੱਕ ਗਿਆ, ਬਿਜਲੀ ਦਾ ਬਿੱਲ ਭਰਨ ਦੇ ਪੈਸੇ, ਮਤਲਬ ਇੱਦਾਂ ਦੀ ਲਟਰਮ ਪਟਰਮ ਗੱਲਾਂ ਕੀਤੀਆਂ ਉਹਨਾਂ ਨੇ ਤੇ ਪੈਸਾ ਲਿੱਤਾ। ਆਪਾਂ ਉਹ ਚੀਜ਼ਾਂ ਦੇ ਉੱਤੇ ਰੋਕ ਲਗਵਾਈ। ਆਪਾਂ ਸਾਧ ਸੰਗਤ ਨੂੰ ਆਪਣੇ ਪੇਜ ਦੇ ਰਾਹੀਂ ਸਮਝਾਇਆ ਕਿ ਭਾਈ ਸਾਡੇ ਗੁਰੂ ਜੀ ਇਹ ਚੀਜ਼ਾਂ ਮਨਾ ਕਰਦੇ ਸੀਗੇ, ਪਰਿਵਾਰ ਜੋ ਹੈ ਵਕੀਲਾਂ ਦਾ ਖਰਚਾ ਆਪ ਚੱਕ ਰਿਹਾ ਹੈ ਤੇ ਮੈਨੇਜਮੈਂਟ ਜੋ ਹੈ ਤੁਹਾਡੇ ਨਾਲ ਇੱਕ ਤਰ੍ਹਾਂ ਤੋਂ ਧੋਖਾ ਕਰ ਰਿਹਾ ਹੈ, ਟੋਰਸ਼ਨ ਆਫ ਮਨੀ ਹੋ ਰਹੀ ਹੈ, ਤੁਸੀਂ ਪੈਸਾ ਦੇਣਾ ਬੰਦ ਕਰੋ। ਸਾਧ ਸੰਗਤ ਨੇ ਇਹਨਾਂ ਨੂੰ ਪੈਸਾ ਦੇਣਾ ਬੰਦ ਕਰਤਾ। ਪਰਿਵਾਰ ਦੇ ਵੱਲੋਂ ਵੀ ਇੱਕ ਲੈਟਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜੋ ਸੰਗਤ ਹੈ ਵੀ ਪੈਸਾ ਨਾ ਦੇਵੇ, ਅਗਰ ਕੋਈ ਪੈਸਾ ਮੰਗਦਾ ਸਾਨੂੰ WhatsApp ਨੰਬਰ ਤੇ ਤੁਸੀਂ ਪਾਓ। ਤੇ ਉਸ ਤੋਂ ਬਾਅਦ ਇਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਰਿਹਾ ਇਸ ਚੀਜ਼ ਨੂੰ ਲੈ ਕੇ। ਤੇ ਹੁਣ ਇਹਨਾਂ ਨੇ ਜੋ ਇਹ ਡੰਮੀ ਨੂੰ ਉੱਥੇ ਰਿਪਲੇਸ ਕੀਤਾ ਗਿਆ ਇੱਕ ਤਰ੍ਹਾਂ ਤੋਂ ਜੋ ਹਮਸ਼ਕਲ ਬਣਾ ਕੇ ਉੱਥੇ ਦਿਖਾਏ ਗਏ ਹੈ, ਉਹਨਾਂ ਤੋਂ ਇਹ ਆਪਣੀਆਂ ਗੱਲਾਂ ਪੂਰੀਆਂ ਕਰਵਾ ਰਹੇ ਨੇ ਤੇ ਆਪਣੇ ਡੇਰੇ ਨੂੰ ਹੁਣ ਜਿਵੇਂ ਉਹਨਾਂ ਦੀ ਪੈਰੋਲ ਖਤਮ ਹੋ ਜਾਏਗੀ ਤੇ ਅੱਗੇ ਡੇਰਾ ਕਿਵੇਂ ਚਲਾਇਆ ਜਾਣਾ ਹੈ ਇਹ ਆਪਣੇ ਤਰੀਕੇ ਤੋਂ ਉਹਨਾਂ ਦੇ ਮੂੰਹ ਤੋਂ ਕਵਾ ਰਹੇ ਨੇ। ਤੇ ਹੁਣ ਤੁਸੀਂ ਇੱਥੋਂ ਕਿਉਂਕਿ ਡਿਸਮਿਸ ਕੀਤੀ ਹੈ ਫਿਰ ਸੁਪਰੀਮ ਕੋਰਟ? ਬਿਲਕੁਲ ਜੀ, ਹੁਣ ਅਸੀਂ ਸੁਪਰੀਮ ਕੋਰਟ ਵੱਲ ਜਾਵਾਂਗੇ। ਇਹਨਾਂ ਦੇ ਵੱਲੋਂ ਇੱਕ ਵਾਰ ਆਰਡਰ ਸਾਡੇ ਹੱਥ 'ਚ ਆ ਜਾਏ, ਉਸ ਆਰਡਰ ਨੂੰ ਲੈ ਕੇ ਅਸੀਂ ਸੁਪਰੀਮ ਕੋਰਟ ਜ਼ਰੂਰ ਜਾਵਾਂਗੇ। ਤੇ ਜਿਹੜੇ ਡੇਰਾ ਸੱਚਾ ਸੌਦਾ ਦੇ ਉਹਨਾਂ ਦੇ ਚੀਫ ਦੇ ਵਕੀਲ ਨੇ ਜਤਿੰਦਰ ਖਰਾਨਾ ਜੀ, ਪ੍ਰਵਕਤਾ ਵੀ ਨੇ ਡੇਰੇ ਦੇ,
ਉਹਨਾਂ ਨੇ ਤੱਥ ਕਿਹਾ ਵੀ ਇਹ ਡੇਰਾ ਵਿਰੋਧੀ ਨੇ, ਇਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਨਹੀਂ, ਡੇਰਾ ਵਿਰੋਧੀ ਹੋ ਗਿਆ ਸੀ ਪਟੀਸ਼ਨ। ਡੇਰਾ ਵਿਰੋਧੀ ਨਹੀਂ ਹੈ। ਸਾਡੀ ਜੋ ਪਹਿਲੀ ਪਟੀਸ਼ਨ ਸੀ ਉਹ ਮੇਰੀ ਨਹੀਂ ਸੀਗੀ, ਸਾਡੇ ਇੱਕ ਡੇਰਾ ਦੇ ਹੀ ਫੋਲੋਅਰ ਹੈ, ਸਾਡੇ ਕੈਂਪੇਨ ਦੇ ਨਾਲ ਜੁੜੇ ਹੋਏ ਆ, ਮੋਹਿਤ ਗੁਪਤਾ, ਉਹਨਾਂ ਨੇ ਇੱਕ ਪਟੀਸ਼ਨ ਲਗਾਈ ਸੀ ਜਿਹਦੇ 'ਚ ਸਾਨੂੰ ਇਹ ਪਤਾ ਲੱਗਿਆ ਸੀਗਾ ਕਿ ਸੁਨਾਰੀਆ ਦੀ ਜੋ ਜੇਲ੍ਹ ਹੈ ਉਹਦੇ ਵਿੱਚ ਕਾਫੀ ਤਰ੍ਹਾਂ ਦੀ ਆਤੰਕੀ ਹਮਲੇ ਹੋ ਰਹੇ ਨੇ, ਆਪਸ 'ਚ ਇੰਟਰ ਗੈਂਗ ਚੱਲ ਰਹੀ ਹੈ ਵਾਰ। तो उस चीज़ ਨੂੰ ਅਸੀਂ ਲੈ ਕੇ ਰਿਟ ਲਗਾਈ, ਉਹਨਾਂ ਨੇ ਮੋਹਿਤ ਗੁਪਤਾ ਜੀ ਨੇ, ਉਹਦੇ 'ਚ ਮੈਂ ਨਹੀਂ ਸੀਗਾ। ਤੇ ਉਹਨਾਂ ਨੇ ਅਗਰ ਉਹ ਡੇਰਾ ਵਿਰੋਧੀ ਹੁੰਦੇ ਤਾਂ ਉਹਨਾਂ ਨੂੰ ਗੁਰੂ ਜੀ ਦੀ ਸੁਰੱਖਿਆ ਨੂੰ ਲੈ ਕੇ ਕਿਉਂ ਰਿਟ ਲਗਾਉਂਦੇ? ਅਗਰ ਅਸੀਂ ਅੱਜ ਡੇਰਾ ਵਿਰੋਧੀ ਹੁੰਦੇ, ਅਸੀਂ ਇਸ ਚੀਜ਼ ਨੂੰ ਲੈ ਕੇ ਰਿਟ ਕਿਉਂ ਲਗਾਉਂਦੇ ਕਿ ਅਸਲੀ ਗੁਰੂ ਜੀ ਕਿੱਥੇ ਹੈ? ਸਾਨੂੰ ਆਪਣੇ ਅਸਲੀ ਗੁਰੂ ਦੀ ਪਹਿਚਾਣ ਹੈ, ਸਾਨੂੰ ਉਹਨਾਂ ਦੀ ਫਿਕਰ ਹੈ, ਅਸੀਂ ਉਸ ਫਿਕਰ ਨੂੰ ਲੈ ਕੇ ਇਹ ਰਿਟ ਲਗਾਈ ਹੈ ਕਿ ਸਾਡੇ ਜੋ ਅਸਲੀ ਗੁਰੂ ਜੀ ਆ ਉਹਨਾਂ ਨੂੰ ਕੋਰਟ 'ਚ ਬੁਲਾਇਆ ਜਾਵੇ ਤਾਂ ਕਿ ਸਾਨੂੰ ਪਤਾ ਲੱਗੇ ਸਾਡੇ ਅਸਲੀ ਗੁਰੂ ਜੀ ਕਿੱਥੇ ਨੇ, ਕਿੱਦਾਂ ਦੀ ਹਾਲਤ 'ਚ ਨੇ। ਉਹ ਚੀਜ਼ ਨੂੰ ਲੈ ਕੇ ਅਸੀਂ ਰਿਟ ਲਗਾਈ ਹੈ। ਤੇ ਦੇਸ਼ ਦੇ ਨਾਲ ਬਹੁਤ ਵੱਡੇ ਲੈਵਲ ਦੇ ਉੱਤੇ ਧੋਖਾ ਹੋ ਰਿਹਾ ਹੈ, ਸਰਕਾਰਾਂ ਦੇ ਨਾਲ ਵੀ ਧੋਖਾ ਹੋ ਰਿਹਾ ਹੈ, ਜੱਜ ਆਪਣੇ ਕੋਰਟ ਦੇ ਨਾਲ ਵੀ ਧੋਖਾ ਹੋ ਰਿਹਾ ਹੈ। ਅਗਰ ਕੋਰਟ ਸਾਡੀ ਗੱਲ ਸੁਣਦੀ ਤਾਂ ਅਸੀਂ ਇਹ ਚੀਜ਼ਾਂ ਪ੍ਰੂਵ ਵੀ ਕਰਦੇ ਕਿ ਇਹ ਚੀਜ਼ ਜੋ ਆਪਾਂ ਕਹਿ ਰਹੇ ਹਾਂ ਉਹ ਬਿल्कुल 100% सच है। बदल दिया गया है और राजस्थान में उनको बदल दिया गया, बाद में पिटीशन आई, सोशल मीडिया पे खूब वायरल हुआ ये सारी चीज़ें कि आप सिर्फ भ्रम फैलाने के लिए थी या फिर सच में इसमें सच्चाई किसी तरह? देखिए, ये डेरा विरोधी ताकतों का काम है। जो असामाजिक तत्व हैं ये लोग बार बार आकर पूज्य गुरु जी को केसों को प्रभावित करने के लिए ऐसा कर रहे हैं और कोई गहरी साजिश है इनके पीछे, कोई जरूर जिसके हाथ की कठपुतली बनकर ये काम कर रहे हैं। तो इनके द्वारा ये पहली याचिका नहीं है जो हाईकोर्ट में दायर की गई है, पहले भी 2019 में इनके द्वारा एक याचिका दायर की गई थी कि पूज्य गुरु जी की जान को खतरा है। तो उस समय भी हाईकोर्ट ने संज्ञान लेते हुए रोहतक के सेशन जज साहब को इंक्वायरी मार्क की थी। तो जज साहब वहाँ, सेशन जज साहब वहाँ जेल में जाकर पूज्य गुरु जी से बात कर आए थे। जब गुरु जी को ये बताया गया कि आपके द्वारा एक ये याचिका दायर की गई है हाईकोर्ट में, तब भी पूज्य गुरु जी ने इनकी बातों को सिरे से नकारा था कि हमारे द्वारा या हमारे किसी फॉलोवर द्वारा कोई ऐसी याचिका नहीं दायर की गई है। वो बिल्कुल फ्रीविलियस बातें पाई गई थी। तो उस समय जब सेशन जज साहब ने वो सारी इंक्वायरी की रिपोर्ट यहाँ जांच का जो करके आए थे वो रिपोर्ट यहाँ सबमिट करवाई, तो जब उस रिपोर्ट के आधार पर भी हाई कोर्ट ने उस समय भी इनको 50,000 रुपये की कोस्ट लगाकर 50,000 रुपये जुर्माना लगाकर इनकी याचिका को खारिज किया था। तो आज भी सेम वही हाई कोर्ट ने इनको फटकार लगाते हुए बोला भी आप बार बार कोर्ट का समय आकर वेस्ट ना करें तो आपके ऊपर हैवी कोस्ट लगेगी। तो उसी बात को लेकर आज हाई कोर्ट ने फटकार लगाते हुए उनकी याचिका को सिरे से नकारा है, खारिज किया है। और लेकिन अशोक कह रहे हैं कि हम सुप्रीम कोर्ट जाएंगे क्योंकि हमारे पास पुख्ता सबूत है कि आखिरकार गुरु जी को दर्ला गया है और इसमें उन्होंने हनीप्रीत का नाम भी लिया है कि हनीप्रीत किस साजिश में शामिल। देखिए, आज भी यही इनकी मांग थी, यही इन्होंने बात आज रखी थी जिसमें कोर्ट ने कहा कोई आपका आधार नहीं है, ये जो आप जिस आधार को आप यहाँ लेकर आए हो, अगर किसी ने कोई वजन घटा लिया, वो एक मेडिकली भी हेल्थ के लिए एक डॉक्टरी सलाह भी यही कहती है कि ये हेल्थ के लिए वजन घटाना ठीक रहता है। अगर आज मेरा वजन 75 किलो है और मैं 5-4 किलो घटा लेता हूँ अपनी हेल्थ को प्रॉपर करने के लिए, तो क्या मैं जितेंद्र खुराना नहीं रहा? तो ये हवा में बातें थी, कोई ग्राउंड कोई आधार था ही नहीं इनकी पिटीशन का, जैसा कि हम आपको कल भी बता रहे थे। तो ये सारी चीज़ें को देखते हुए हाई कोर्ट ने कोस्ट लगा के इनकी याचिका को खारिज किया। थैंक यू।